बहुत ही प्यारे विद्यार्थियों, इस वीडियो ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਹੁਣੇ ਕਰਕੇ ਹਟੇ ਹੋ PAS ਮਾਡਲ ਪੇਪਰ ਸਤੰਬਰ 2020 ਵਿਸ਼ਾ ਪੰਜਾਬੀ ਜਮਾਤ 8ਵੀਂ। ਇਸ ਵੀਡੀਓ 'ਚ ਅਸੀਂ ਇਸ ਦੇ ਉੱਤਰਾਂ 'ਤੇ ਵਿਚਾਰ ਕਰਾਂਗੇ। ਪਰ ਆਓ ਪਹਿਲਾਂ 21 ਸਤੰਬਰ ਤੋਂ ਹੋਣ ਜਾ ਰਹੇ ਪੇਪਰਾਂ ਦੀਆਂ ਹਦਾਇਤਾਂ ਬਾਰੇ ਵਿਚਾਰ ਕਰੀਏ। ਸੋ ਇਹਨਾਂ ਪੇਪਰਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਕੁੱਲ 40 ਅੰਕ ਦੇ ਪੇਪਰ ਆਉਣਗੇ। ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ ਹੋਣਗੇ ਅਤੇ ਹਰੇਕ ਪ੍ਰਸ਼ਨ ਲਈ 2 ਅੰਕ ਦਿੱਤੇ ਜਾਣਗੇ। ਸਿਲੇਬਸ ਅਪ੍ਰੈਲ 2020 ਤੋਂ ਅਗਸਤ 2020 ਤੱਕ ਦਾ ਹੋਵੇਗਾ। ਪ੍ਰਸ਼ਨ ਪੱਤਰ ਕੁਇਜ਼ ਦੇ ਰੂਪ ਵਿੱਚ ਹੋਣਗੇ। ਵਿਦਿਆਰਥੀਆਂ ਵੱਲੋਂ ਸਟੂਡੈਂਟ ID ਭਰਨੀ ਜ਼ਰੂਰੀ ਹੋਵੇਗੀ ਅਤੇ ਇਹ ਸਹੀ ਹੋਣੀ ਵੀ ਬਹੁਤ ਜ਼ਰੂਰੀ ਹੈ। ਤਾਂ ਸਟੂਡੈਂਟ ID ਤੁਸੀਂ ਯਾਦ ਕਰਨੀ ਹੈ ਚੰਗੀ ਤਰ੍ਹਾਂ। ਸਾਰੇ ਪ੍ਰਸ਼ਨ ਬਹੁ ਵਿਕਲਪੀ ਰੂਪ ਵਿੱਚ ਹੋਣਗੇ ਅਤੇ ਪੇਪਰ ਦਾ ਲਿੰਕ 2 ਦਿਨ ਖੁੱਲ੍ਹਾ ਰਹੇਗਾ, ਭਾਵ ਕਿ ਤੁਸੀਂ ਪੇਪਰ ਨੂੰ ਆਰਾਮ ਨਾਲ ਕਰ ਸਕਦੇ ਹੋ। ਪੇਪਰ ਕਰਨ ਸਮੇਂ ਕਾਹਲੀ ਨਹੀਂ ਕਰਨੀ। ਸੋ ਆਓ ਬੱਚਿਓ, ਹੁਣ ਦੇਖਦੇ ਹਾਂ 21 ਸਤੰਬਰ ਤੋਂ ਹੋਣ ਜਾ ਰਹੇ ਪੇਪਰਾਂ ਦੇ ਮਾਡਲ ਪੇਪਰ ਨੂੰ ਹੱਲ ਕੀਤਾ ਹੈ ਜਿਹੜਾ ਉਹਦੇ ਉੱਤਰਾਂ 'ਤੇ ਵਿਚਾਰ ਕਰਦੇ ਹਾਂ। ਸੋ ਪੰਜਾਬ ਪ੍ਰਾਪਤੀ ਸਰਵੇਖਣ ਮਾਡਲ ਪੇਪਰ ਸਤੰਬਰ 2020 ਵਿਸ਼ਾ ਪੰਜਾਬੀ ਜਮਾਤ 8ਵੀਂ ਨੂੰ ਤੁਸੀਂ ਹੱਲ ਕੀਤਾ। ਸੋ ਇਸ ਦੇ ਉੱਤਰਾਂ 'ਤੇ ਅਸੀਂ ਵਿਚਾਰ ਕਰੀਏ। ਉਸ ਤੋਂ ਪਹਿਲਾਂ ਧਿਆਨ ਦੇਈਏ ਕਿ ਪੇਪਰ ਕਰਨ ਤੋਂ ਪਹਿਲਾਂ ਸਟੂਡੈਂਟ ID ਦਾ ਸਹੀ ਹੋਣਾ, ਸਹੀ ਤਰੀਕੇ ਨਾਲ ਭਰਨਾ ਬਹੁਤ ਜ਼ਰੂਰੀ ਹੈ। ਸੋ ਇਮਤਿਹਾਨਾਂ ਵਿੱਚ ਤੁਹਾਨੂੰ ਪਹਿਲਾਂ ਜ਼ਿਲ੍ਹਾ ਚੁਣਨਾ ਪਏਗਾ, ਉਸ ਤੋਂ ਬਾਅਦ ਤੁਸੀਂ ਵਿਦਿਆਰਥੀ ਦੀ ਪੰਜਾਬ ID ਭਾਵ ਕਿ ਆਪਣੀ ID ਬਿਲਕੁਲ ਠੀਕ ਭਰਨੀ ਹੈ। ਸੋ ਤੁਸੀਂ ਪੰਜਾਬੀ ਦੇ ਇਸ ਪੇਪਰ ਵਿੱਚ ਦੇਖਿਆ ਕਿ ਪਹਿਲਾਂ ਇੱਕ ਪੈਰਾ ਪਾਇਆ ਗਿਆ ਸੀਗਾ। ਸੋ ਇਹਦੇ ਵਿੱਚ ਅਸਲ ਵਿੱਚ 2 ਪੈਰੇ ਹੋਣਗੇ। ਸੋ ਇਹ ਪਹਿਲਾ ਪੈਰਾ ਹੈ। ਸੋ ਇਸ ਪੈਰੇ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਪਹਿਲਾਂ 2 ਜਾਂ 4 ਵਾਰ ਪੜ੍ਹਨਾ ਹੈ। ਸੋ ਇਹਦੇ ਉੱਪਰ ਲਿਖਿਆ ਹੋਇਆ ਹੈ ਕਿ ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ ਅਤੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ। ਸੋ ਇਸ ਵਿੱਚੋਂ 5 ਪ੍ਰਸ਼ਨ ਪੁੱਛੇ ਜਾਣਗੇ। 2-2 ਅੰਕਾਂ ਦੇ ਅਨੁਸਾਰ ਇਸ ਦੇ 10 ਅੰਕ ਹੋ ਗਏ। ਸੋ ਇਸ ਪੈਰੇ ਵਿੱਚੋਂ 10 ਅੰਕਾਂ ਦੇ ਪ੍ਰਸ਼ਨ ਹੋਣਗੇ। ਸੋ ਉਮੀਦ ਹੈ ਤੁਸੀਂ ਇਸ ਪੈਰੇ ਨੂੰ ਬਹੁਤ ਧਿਆਨ ਨਾਲ ਪੜ੍ਹਿਆ, 2-4 ਵਾਰ ਪੜ੍ਹਿਆ ਹੋਏਗਾ। ਸੋ ਅਸੀਂ ਸਮਾਂ ਬਚਾਉਣ ਦੇ ਲਈ ਵੀਡੀਓ ਦਾ ਇਸ ਪੈਰੇ ਨੂੰ ਤਾਂ ਨਹੀਂ ਪੜ੍ਹਾਂਗੇ, ਪਰ ਇਸ ਪੈਰੇ ਦੇ ਪ੍ਰਸ਼ਨਾਂ ਅਤੇ ਉਹਨਾਂ ਦੇ ਉੱਤਰਾਂ ਵੱਲ ਧਿਆਨ ਦਿੰਦੇ ਹਾਂ। ਸੋ ਪਹਿਲਾ ਪ੍ਰਸ਼ਨ ਇਸ ਦੇ ਵਿੱਚ ਪੁੱਛਿਆ ਗਿਆ ਸੀ, ਮਨੁੱਖ ਕਿਸ ਤਰ੍ਹਾਂ ਦਾ ਜੀਵ ਹੈ? ਇਕੱਲਾ, ਸਮਾਜਿਕ, ਜੰਗਲੀ ਜਾਂ ਦੇਵਤਾ? ਸੋ ਮਨੁੱਖ ਸਮਾਜਿਕ ਜੀਵ ਹੈ ਬੱਚਿਓ। ਸੋ ਉੱਤਰ ਦੂਸਰਾ। ਸੋ ਦੂਸਰਾ ਉੱਤਰ ਇਸ ਦੇ ਵਿੱਚ ਠੀਕ ਹੈ। ਉਮੀਦ ਹੈ ਤੁਹਾਡਾ ਉੱਤਰ ਵੀ ਠੀਕ ਹੋਏਗਾ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਸਾਨੂੰ ਜ਼ਿੰਦਗੀ ਵਿੱਚ ਕਿਸ ਦੀ ਲੋੜ ਹੁੰਦੀ ਹੈ? ਜੰਗਲੀ ਜਾਨਵਰਾਂ ਦੀ, ਰੂਹਾਂ ਦੀ, ਸੱਜਣਾ ਮਿੱਤਰਾਂ ਦੀ ਜਾਂ ਸਵਾਰਥੀ ਲੋਕਾਂ ਦੀ? ਸੋ ਇਸ ਦਾ ਸਹੀ ਉੱਤਰ ਸੀਗਾ ਬੱਚਿਓ, ਸੱਜਣਾ ਮਿੱਤਰਾਂ ਦੀ ਲੋੜ ਹੁੰਦੀ ਹੈ ਸਾਨੂੰ। ਸੋ ਉਮੀਦ ਹੈ ਇਹ ਵੀ ਤੁਹਾਡਾ ਉੱਤਰ ਠੀਕ ਹੋਏਗਾ। ਸੋ ਇਸ ਦਾ ਉੱਤਰ ਸੀ ਸੱਜਣਾ ਮਿੱਤਰਾਂ ਦੀ, ਤੀਸਰਾ ਉੱਤਰ। ਸੋ ਬੱਚਿਓ ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ, ਬੇਕਨ ਅਨੁਸਾਰ ਦੇਵਤਾ ਕੌਣ ਹੈ? ਸੋ ਬੇਕਨ ਅਨੁਸਾਰ ਦੇਵਤਾ ਕੌਣ ਹੈ? ਇਕੱਲਾ ਰਹਿ ਕੇ ਖੁਸ਼ ਰਹਿਣ ਵਾਲਾ, ਜੰਗਲ ਵਿੱਚ ਰਹਿਣ ਵਾਲਾ, ਮੇਲੇ ਵਿੱਚ ਰਹਿਣ ਵਾਲਾ ਜਾਂ ਦੁੱਖ ਵਟਾਉਣ ਵਾਲਾ? ਸੋ ਇਸ ਦਾ ਸਹੀ ਉੱਤਰ ਹੈ ਬੱਚਿਓ, ਇਕੱਲਾ ਰਹਿ ਕੇ ਖੁਸ਼ ਰਹਿਣ ਵਾਲਾ। ਇਕੱਲਾ ਰਹਿ ਕੇ ਖੁਸ਼ ਰਹਿਣ ਵਾਲਾ ਇਸ ਦਾ ਸਹੀ ਉੱਤਰ ਹੈ। ਪਹਿਲਾ ਉੱਤਰ ਠੀਕ ਹੈ। ਚਲੋ ਇਸ ਦੇ ਨਾਲ ਹੀ ਹੁਣ ਅਗਲੇ ਪ੍ਰਸ਼ਨ 'ਤੇ, ਸੱਚੀ ਮਿੱਤਰਤਾ ਕਿਸ ਉੱਤੇ ਆਧਾਰਿਤ ਹੁੰਦੀ ਹੈ? ਸੱਚੀ ਮਿੱਤਰਤਾ ਕਿਸ ਉੱਤੇ ਆਧਾਰਿਤ ਹੁੰਦੀ ਹੈ? ਇਸ ਵਿੱਚ ਵਿਕਲਪ ਸਨ, ਪੈਸਿਆਂ ਉੱਪਰ, ਸਮਾਜਿਕ ਰੁਤਬੇ ਉੱਪਰ, ਸਵਾਰਥ ਉੱਪਰ, ਵਿਚਾਰਾਂ ਦੀ ਸਾਂਝ ਉੱਪਰ। ਸੋ ਸੱਚੀ ਮਿੱਤਰਤਾ ਬੱਚਿਓ ਵਿਚਾਰਾਂ ਦੀ ਸਾਂਝ ਉੱਪਰ ਆਧਾਰਿਤ ਹੁੰਦੀ ਹੈ। ਸੋ ਚੌਥਾ ਵਿਕਲਪ ਇਹਦਾ ਠੀਕ ਸੀਗਾ, ਵਿਚਾਰਾਂ ਦੀ ਸਾਂਝ ਉੱਪਰ। ਚੌਥਾ ਵਿਕਲਪ ਠੀਕ ਹੈ। ਅਗਲਾ ਪ੍ਰਸ਼ਨ, ਇੱਕ ਸੱਚਾ ਮਿੱਤਰ ਸਾਡੇ ਲਈ ਕਿਸ ਦਾ ਸੋਮਾ ਹੁੰਦਾ ਹੈ? ਪ੍ਰਸੰਨਤਾ ਦਾ, ਪ੍ਰੇਰਨਾ ਦਾ? ਪ੍ਰਸੰਨਤਾ ਅਤੇ ਪ੍ਰੇਰਨਾ ਦੋਵਾਂ ਦਾ? ਇਹਨਾਂ ਵਿੱਚੋਂ ਕਿਸੇ ਦਾ ਵੀ ਨਹੀਂ। ਸੋ ਸੱਚਾ ਮਿੱਤਰ ਸਾਡੇ ਲਈ ਪ੍ਰਸੰਨਤਾ ਦਾ ਵੀ ਸੋਮਾ ਹੁੰਦਾ ਹੈ ਅਤੇ ਪ੍ਰੇਰਨਾ ਦਾ ਵੀ ਹੁੰਦਾ ਹੈ। ਸੋ ਤੀਸਰਾ ਉੱਤਰ ਠੀਕ ਹੈ ਬੱਚਿਓ, ਪ੍ਰਸੰਨਤਾ ਅਤੇ ਪ੍ਰੇਰਨਾ ਦਾ ਭਾਵ ਕਿ ਦੋਵਾਂ ਦਾ। ਸੋ ਅੱਗੇ ਆ ਗਿਆ ਦੂਸਰਾ ਪੈਰਾ। ਇਸ ਦੇ ਵਿੱਚੋਂ ਵੀ 5 ਪ੍ਰਸ਼ਨ ਪੁੱਛੇ ਜਾਣਗੇ।
ਉਹ ਵੀ 2-2 ਨੰਬਰਾਂ ਦੇ ਹੋਣਗੇ, ਭਾਵ ਕਿ 10 ਨੰਬਰਾਂ ਦੇ ਪ੍ਰਸ਼ਨ ਇਸ ਦੂਸਰੇ ਪੈਰੇ ਵਿੱਚੋਂ ਵੀ। ਸੋ ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ। ਹਰੇਕ ਪ੍ਰਸ਼ਨ ਦੇ 2 ਅੰਕ ਹਨ। ਉਮੀਦ ਹੈ ਤੁਸੀਂ ਵੀ ਇਸ ਨੂੰ 2-3 ਵਾਰ ਜ਼ਰੂਰ ਪੜ੍ਹੋਗੇ। ਸੋ ਪੜ੍ਹਨ ਤੋਂ ਬਾਅਦ ਹੀ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੋਗੇ। ਸੋ ਇਹਨਾਂ ਦੇ ਪ੍ਰਸ਼ਨਾਂ ਅਤੇ ਉਹਨਾਂ ਦੇ ਉੱਤਰਾਂ ਵੱਲ ਚੱਲਦੇ ਹਾਂ। ਬੱਚਤ ਦਾ ਫਾਇਦਾ ਕਿਸ ਨੂੰ ਹੁੰਦਾ ਹੈ? ਸਿਰਫ ਆਪ ਨੂੰ, ਸਮੁੱਚੇ ਦੇਸ਼ ਨੂੰ, ਸਿਰਫ ਗਰੀਬਾਂ ਨੂੰ ਜਾਂ ਸਰਕਾਰ ਨੂੰ? ਜਦੋਂ ਅਸੀਂ ਆਪਣੇ ਪੈਸਿਆਂ ਦੀ ਬੱਚਤ ਕਰਦੇ ਹਾਂ ਤਾਂ ਉਸ ਦਾ ਫਾਇਦਾ ਸਾਨੂੰ ਇਕੱਲਿਆਂ ਨੂੰ ਨਹੀਂ, ਸਮੁੱਚੇ ਦੇਸ਼ ਨੂੰ ਹੁੰਦਾ ਹੈ। ਸੋ ਬੱਚਤ ਦਾ ਫਾਇਦਾ ਬੱਚਿਓ ਸਮੁੱਚੇ ਦੇਸ਼ ਨੂੰ ਹੁੰਦਾ ਹੈ। ਸੋ ਅਗਲਾ ਪ੍ਰਸ਼ਨ, ਸਾਡੇ ਦੇਸ਼ ਵਿੱਚ ਬਹੁ ਗਿਣਤੀ ਲੋਕਾਂ ਕਿਹੜੇ ਲੋਕਾਂ ਦੀ ਹੈ? ਸਾਡੇ ਦੇਸ਼ ਵਿੱਚ ਬਹੁ ਗਿਣਤੀ ਸਧਾਰਨ ਲੋਕਾਂ ਦੀ, ਅਮੀਰ ਲੋਕਾਂ ਦੀ, ਗਰੀਬ ਲੋਕਾਂ ਦੀ ਜਾਂ ਕਮਜ਼ੋਰ ਲੋਕਾਂ ਦੀ? ਸੋ ਇਸ ਦਾ ਉੱਤਰ ਹੈ ਬੱਚਿਓ, ਸਾਡੇ ਦੇਸ਼ ਵਿੱਚ ਬਹੁ ਗਿਣਤੀ ਲੋਕਾਂ ਦੀ ਗਰੀਬ ਲੋਕਾਂ ਦੀ ਗਿਣਤੀ ਹੈ। ਸੋ ਤੀਸਰਾ ਉੱਤਰ ਇਹਦਾ ਠੀਕ ਹੈ, ਗਰੀਬ ਲੋਕਾਂ ਦੀ। ਅਗਲਾ ਪ੍ਰਸ਼ਨ ਹੈ, ਫੂਹੀ ਫੂਹੀ ਤਲਾਬ ਭਰਨ ਤੋਂ ਕੀ ਭਾਵ ਹੈ? ਸੋ ਇਸ ਦੇ ਵਿੱਚ ਵੀ ਕੁਝ ਵਿਕਲਪ ਦਿੱਤੇ ਸਨ। ਪਹਿਲਾ ਵਿਕਲਪ ਪਾਣੀ ਭਰ ਜਾਣਾ, ਪਾਣੀ ਦਾ ਤਲਾਬ ਭਰ ਜਾਣਾ, ਥੋੜ੍ਹੇ ਥੋੜ੍ਹੇ ਨਾਲ ਬਹੁਤਾ ਇਕੱਠਾ ਹੋ ਜਾਣਾ, ਬਹੁਤਾ ਇਕੱਠਾ ਨਾ ਹੋ ਸਕਣਾ। ਸੋ ਵਿਦਿਆਰਥੀਓ, ਇਹਦੇ ਵਿੱਚ ਇਸ ਦਾ ਜਿਹੜਾ ਤੀਸਰਾ ਉੱਤਰ ਹੈ, ਭਾਵ ਕਿ ਥੋੜ੍ਹੇ ਥੋੜ੍ਹੇ ਨਾਲ ਬਹੁਤ ਇਕੱਠਾ ਹੋ ਜਾਣਾ, ਇਹ ਠੀਕ ਹੈ। ਸੋ ਥੋੜ੍ਹੇ ਥੋੜ੍ਹੇ ਨਾਲ ਬਹੁਤਾ ਇਕੱਠਾ ਹੋ ਜਾਣਾ ਸਹੀ ਉੱਤਰ ਹੈ। ਅਗਲਾ ਪ੍ਰਸ਼ਨ ਹੈ, ਹਰ ਆਦਮੀ ਨੂੰ ਕਿਹੜੀ ਆਦਤ ਪਾਉਣੀ ਚਾਹੀਦੀ ਹੈ? ਇਸ ਦੇ ਵਿਕਲਪ ਸਨ, ਵਰਤ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ, ਚਾਹ ਨਾ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ, ਫਜ਼ੂਲ ਖਰਚੀ ਦੀ ਆਦਤ ਪਾਉਣੀ ਚਾਹੀਦੀ ਹੈ ਜਾਂ ਬੱਚਤ ਕਰਨ ਦੀ। ਸੋ ਪਹਿਰਾ ਬੱਚਤ ਦੇ ਫਾਇਦਿਆਂ ਨੂੰ ਦੱਸਣ ਵਾਲਾ ਸੀਗਾ, ਇਸ ਕਰਕੇ ਇਸ ਦੇ ਵਿੱਚ ਇਸ ਦਾ ਉੱਤਰ ਹੋਏਗਾ ਬੱਚਤ ਕਰਨ ਦੀ। ਸੋ ਹਰ ਆਦਮੀ ਨੂੰ ਬੱਚਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸੋ ਅਗਲਾ ਪ੍ਰਸ਼ਨ ਹੈ, ਬੱਚਤ ਕਰਨ ਨਾਲ ਅਸੀਂ ਕਿਸ ਦੀ ਚਿੰਤਾ ਤੋਂ ਮੁਕਤ ਹੋ ਜਾਂਦੇ ਹਾਂ? ਆਤਮ ਵਿਸ਼ਵਾਸ ਦੀ ਚਿੰਤਾ ਤੋਂ, ਪੈਸੇ ਧੇਲੇ ਦੀ ਚਿੰਤਾ ਤੋਂ, ਜੇਬ ਖਰਚ ਦੀ ਚਿੰਤਾ ਤੋਂ ਜਾਂ ਬਜਟ ਦੀ ਚਿੰਤਾ ਤੋਂ? ਸੋ ਇਸ ਦਾ ਉੱਤਰ ਹੈ ਕਿ ਬੱਚਤ ਕਰਨ ਨਾਲ ਅਸੀਂ ਪੈਸੇ ਧੇਲੇ ਦੀ ਚਿੰਤਾ ਤੋਂ ਮੁਕਤ ਹੋ ਜਾਂਦੇ ਹਾਂ। ਸੋ ਦੂਸਰਾ ਆਪਸ਼ਨ ਇਸ ਦਾ ਠੀਕ ਹੈ, ਪੈਸੇ ਧੇਲੇ ਦੀ ਚਿੰਤਾ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਸੋ ਅੱਗੇ ਭਾਗ ਹੈ, ਭਾਗ ਐੜਾ। ਸੋ ਐੜਾ ਭਾਗ ਬੱਚਿਓ ਵਿਆਕਰਨ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਵੀ 10 ਪ੍ਰਸ਼ਨ ਪੁੱਛੇ ਜਾਣਗੇ। 10 ਗੁਣਾ 2 20, ਭਾਵ ਕਿ ਇਹ 20 ਨੰਬਰਾਂ ਦਾ ਭਾਗ ਹੋਏਗਾ। ਇਸ ਵਿੱਚ ਵੀ ਸਾਰੇ ਪ੍ਰਸ਼ਨ ਵਿਆਕਰਨ ਨਾਲ ਸੰਬੰਧਿਤ ਨੇ। ਸੋ ਪਹਿਲੇ ਪ੍ਰਸ਼ਨ ਵੱਲ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ? ਸੋ ਨਾਮ ਤੁਹਾਨੂੰ ਪਤਾ ਹੈ, ਉਹ ਸ਼ਬਦ ਜਿਹੜਾ ਕਿਸੇ ਵਿਅਕਤੀ, ਵਸਤੂ ਜਾਂ ਥਾਂ ਲਈ ਵਰਤਿਆ ਜਾਵੇ। ਇਸ ਦੇ ਆਪਸ਼ਨ ਸਨ ਕੁੜੀ, ਸਰਦੀ, ਜਲੰਧਰ ਅਤੇ ਕੱਪੜੇ। ਸੋ ਨਾਮ ਜਿਹਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ, ਤਾਂ ਹੁਣ ਖਾਸ ਨਾਮ ਬਾਰੇ ਵਿਚਾਰ ਕਰ ਲੈਂਦੇ ਹਾਂ ਥੋੜ੍ਹੀ ਜਿਹੀ। ਸੋ ਖਾਸ ਨਾਮ ਹੁੰਦਾ ਹੈ, ਖਾਸ ਨਾਮ ਉਹ ਹੁੰਦੇ ਹਨ ਜੋ ਕਿਸੇ ਖਾਸ ਵਿਅਕਤੀ ਜਾਂ ਥਾਂ ਲਈ ਵਰਤੇ ਜਾਂਦੇ ਹਨ। ਸੋ ਫਿਰ ਦੁਬਾਰਾ, ਖਾਸ ਨਾਮ ਉਹ ਹੁੰਦੇ ਹਨ ਜੋ ਕਿਸੇ ਖਾਸ ਵਿਅਕਤੀ ਜਾਂ ਥਾਂ ਲਈ ਵਰਤੇ ਜਾਂਦੇ ਹਨ। ਸੋ ਇਸ ਦੇ ਵਿੱਚ ਆਪਸ਼ਨਸ ਹਨ ਕੁੜੀ, ਸਰਦੀ, ਜਲੰਧਰ ਅਤੇ ਕੱਪੜੇ। ਕੁੜੀ, ਸਰਦੀ, ਜਲੰਧਰ ਜਾਂ ਕੱਪੜੇ। ਸੋ ਇਹਦੇ ਵਿੱਚ ਜੋ ਖਾਸ ਜਗ੍ਹਾ ਹੈ ਜਲੰਧਰ, ਕਿਉਂਕਿ ਕੁੜੀ ਵੀ ਖਾਸ ਸ਼ਬਦ ਨਹੀਂ ਹੈ, ਸਰਦੀ ਵੀ ਨਹੀਂ ਹੈ ਅਤੇ ਕੱਪੜੇ ਵੀ ਨਹੀਂ। ਸੋ ਜਲੰਧਰ ਆਪਸ਼ਨ ਠੀਕ ਹੈ, ਜਲੰਧਰ ਖਾਸ ਨਾਮ ਹੈ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਬੱਚਿਓ। ਹੇਠ ਲਿਖਿਆਂ ਵਿੱਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ? ਸੋ ਇਸ ਦੇ ਵਿੱਚ ਵੀ ਅਸੀਂ ਪਹਿਲਾਂ ਵਿਚਾਰ ਕਰਦੇ ਹਾਂ ਵਿਸਮਿਕ ਚਿੰਨ੍ਹਾਂ 'ਤੇ, ਕਿ ਵਿਸਮਿਕ ਚਿੰਨ੍ਹ ਕਿਹੜੇ ਹੁੰਦੇ ਹਨ। ਉਹ ਸ਼ਬਦ ਜੋ ਮਨ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਉਹਨਾਂ ਨੂੰ ਵਿਸਮਿਕ ਸ਼ਬਦ ਕਹਿੰਦੇ ਹਨ। ਜਿਵੇਂ ਵਾਹ ਵਾਹ, ਅਸ਼ਕੇ, ਬੱਲੇ ਬੱਲੇ। ਇਹ ਸ਼ਬਦਾਂ ਦੇ ਨਾਲ ਲੱਗਣ ਵਾਲੇ ਚਿੰਨ੍ਹਾਂ ਨੂੰ ਵਿਸਮਿਕ ਚਿੰਨ੍ਹ ਕਹਿੰਦੇ ਹਨ। ਭਾਵ ਕਿ ਖੁਸ਼ੀ, ਗਮੀ ਪ੍ਰਗਟ ਕਰਨ ਵਾਲੇ ਸ਼ਬਦਾਂ ਦੇ ਨਾਲ ਲੱਗਣ ਵਾਲੇ ਚਿੰਨ੍ਹਾਂ ਨੂੰ ਵਿਸਮਿਕ ਚਿੰਨ੍ਹ ਕਹਿੰਦੇ ਹਨ। ਇਸ ਵਿੱਚ ਹੁਣ ਕੁਝ ਚਿੰਨ੍ਹ ਪਾਏ ਹੋਏ ਨੇ। ਡੰਡੀ ਹੈ, ਵਿਸਮਿਕ ਚਿੰਨ੍ਹ ਹੈ ਦੂਸਰੇ ਨੰਬਰ 'ਤੇ, ਤੀਸਰੇ ਦੁਬਿੰਦੀ ਹੈ, ਚੌਥੇ 'ਤੇ ਕੌਮੇ ਨੇ। ਸੋ ਇਸ ਦਾ ਉੱਤਰ ਹੋਏਗਾ ਵਿਸਮਿਕ ਚਿੰਨ੍ਹ, ਭਾਵ ਕਿ ਦੂਸਰੀ ਆਪਸ਼ਨ। ਸੋ ਵਿਸਮਿਕ ਚਿੰਨ੍ਹ ਸਹੀ ਉੱਤਰ ਹੈ ਬੱਚਿਓ, ਵਿਸਮਿਕ ਚਿੰਨ੍ਹ ਸਹੀ ਉੱਤਰ ਹੈ।
ਸੋ ਹੁਣ ਇਸ ਦੇ ਨਾਲ ਹੀ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਦੁੱਧ ਕਿਸ ਨੇ ਪੀਤਾ ਸੀ, ਵਾਕ ਵਿੱਚ ਕਿਸ ਨੇ ਕਿਹੜੀ ਕਿਸਮ ਦਾ ਪੜਨਾਮ ਹੈ। ਸੋ ਤੁਸੀਂ ਜਾਣਦੇ ਹੀ ਹੋ ਕਿ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ। ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ। ਸੋ ਇਸ ਵਾਕ ਵਿੱਚ ਦੁੱਧ ਕਿਸ ਨੇ ਪੀਤਾ, ਦੁੱਧ ਕਿਸ ਨੇ ਪੀਤਾ, ਇਸ ਦੇ ਵਿੱਚ ਦੁੱਧ ਤਾਂ ਤੁਹਾਨੂੰ ਪਤਾ ਹੈ ਕਿ ਦੁੱਧ ਨਾਮ ਹੈ, ਅਤੇ ਜਿਹੜਾ ਕਿਸ ਸ਼ਬਦ ਹੈ ਉਹ ਇਸ ਦੇ ਵਿੱਚ ਪੜਨਾਮ ਹੈ। ਸੋ ਤੁਸੀਂ ਇਹਦੇ ਵਿੱਚ ਦੇਖ ਪਾ ਰਹੇ ਹੋ ਕਿ ਪ੍ਰਸ਼ਨ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਪਾਇਆ ਹੋਇਆ ਹੈ। ਇਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਹੈ। ਸੋ ਅਸੀਂ ਇਸ ਦਾ ਉੱਤਰ ਆਰਾਮ ਨਾਲ ਦੇ ਸਕਦੇ ਹਾਂ ਕਿ ਇਹ ਨਿਸ਼ਚੈਵਾਚਕ ਨਹੀਂ, ਅਨਿਸ਼ਚੈਵਾਚਕ ਨਹੀਂ, ਸੰਬੰਧਵਾਚਕ ਨਹੀਂ, ਪ੍ਰਸ਼ਨਵਾਚਕ ਹੈ। ਸੋ ਦੁੱਧ ਕਿਸ ਨੇ ਪੀਤਾ ਵਾਕ ਵਿੱਚ ਕਿਸ ਸ਼ਬਦ ਪ੍ਰਸ਼ਨਵਾਚਕ ਹੈ, ਪ੍ਰਸ਼ਨਵਾਚਕ ਇਸ ਦਾ ਠੀਕ ਉੱਤਰ ਹੈ ਬੱਚਿਓ। ਸੋ ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈ, ਆਜ਼ਾਦੀ ਦਾ ਵਿਰੋਧੀ ਸ਼ਬਦ ਕਿਹੜਾ ਹੈ। ਇਹਦੇ ਵਿਕਲਪ ਹਨ ਗੁਲਾਮੀ, ਸੁਤੰਤਰਤਾ, ਮੁਕਤੀ ਜਾਂ ਖੁੱਲ੍ਹ। ਸੋ ਇਸ ਦਾ ਸਹੀ ਉੱਤਰ ਹੈ ਬੱਚਿਓ ਗੁਲਾਮੀ। ਪਹਿਲੀ ਆਪਸ਼ਨ ਇਸ ਦਾ ਸਹੀ ਉੱਤਰ ਹੈ। ਉਮੀਦ ਹੈ ਤੁਸੀਂ ਇਹ ਠੀਕ ਭਰਿਆ ਹੋਵੇਗਾ। ਅੱਗੇ ਪ੍ਰਸ਼ਨ ਹੈ, ਕੁੜੀ ਕਹਾਣੀ ਪੜ੍ਹਦੀ ਹੈ। ਇਹ ਵਾਕ ਹੈ, ਵਾਕ ਵਿੱਚ ਕਿਰਿਆ ਚੁਣੋ। ਇਸ ਵਾਕ ਵਿੱਚ ਕਿਰਿਆ ਨੂੰ ਚੁਣਨਾ ਹੈ। ਸੋ ਵਾਕ 'ਚ ਉਹ ਸ਼ਬਦ ਜਿਸ ਤੋਂ ਕੰਮ ਦਾ ਹੋਣਾ ਜਾਂ ਕਰਨਾ ਕਾਲ ਸਮੇਤ ਪਤਾ ਲੱਗੇ ਉਸਨੂੰ ਕਿਰਿਆ ਕਹਿੰਦੇ ਹਨ। ਸੋ ਉਹ ਸ਼ਬਦ ਜਿਸ ਤੋਂ ਕੰਮ ਦਾ ਹੋਣਾ ਜਾਂ ਕਰਨਾ ਪਤਾ ਲੱਗਦਾ ਹੈ ਉਹ ਕਿਰਿਆ ਹੁੰਦੀ ਹੈ। ਸੋ ਵਾਕ ਵਿੱਚ ਕੁੜੀ ਜਿਹੜਾ ਸ਼ਬਦ ਹੈ ਉਹ ਨਾਮ ਹੈ, ਕਹਾਣੀ ਸ਼ਬਦ ਵੀ ਨਾਮ ਹੈ। ਸੋ ਪੜ੍ਹਦੀ ਸ਼ਬਦ ਜਿਹੜਾ ਹੈ ਉਹ ਕੰਮ ਦਾ ਹੋਣਾ ਦੱਸ ਰਿਹਾ ਹੈ। ਸੋ ਕੁੜੀ ਸ਼ਬਦ ਨਾਮ ਹੈ, ਕਹਾਣੀ ਵੀ ਨਾਮ ਹੈ, ਪੜ੍ਹਦੀ ਸ਼ਬਦ ਕੰਮ ਦਾ ਹੋਣਾ ਦੱਸ ਰਿਹਾ। ਇਹਨਾਂ ਵਿੱਚੋਂ ਕੋਈ ਵੀ ਨਹੀਂ, ਇਹ ਤਾਂ ਨਹੀਂ ਹੋ ਸਕਦਾ। ਸੋ ਪੜ੍ਹਦੀ ਸ਼ਬਦ ਜਿਹੜਾ ਹੈ ਉਹ ਇਸ ਦੇ ਵਿੱਚ ਕਿਰਿਆ ਨੂੰ ਦੱਸ ਰਿਹਾ ਹੈ। ਸੋ ਤੀਸਰੀ ਆਪਸ਼ਨ ਠੀਕ ਹੈ, ਪੜ੍ਹਦੀ। ਇਸ ਵਾਕ ਵਿੱਚ ਕਿਰਿਆ ਪੜ੍ਹਦੀ ਸ਼ਬਦ ਹੈ। ਸੋ ਹੁਣ ਨਾਲ ਹੀ ਇਸ ਤੋਂ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਰਮਨ ਗਰਮ ਦੁੱਧ ਪੀਂਦਾ ਹੈ, ਵਾਕ ਵਿੱਚ ਗਰਮ ਕਿਹੜਾ ਵਿਸ਼ੇਸ਼ਣ ਹੈ। ਸੋ ਗਰਮ ਸ਼ਬਦ 'ਤੇ ਵਿਚਾਰ ਕਰਨ ਤੋਂ ਪਹਿਲਾਂ ਵਿਸ਼ੇਸ਼ਣ ਬਾਰੇ ਗੱਲ ਕਰਦੇ ਹਾਂ। ਉਹ ਸ਼ਬਦ ਜੋ ਕਿਸੇ ਨਾਮ ਜਾਂ ਪੜਨਾਮ ਦੇ ਗੁਣ, ਔਗੁਣ, ਵਿਸ਼ੇਸ਼ਤਾ ਜਾਂ ਗਿਣਤੀ ਮਿਣਤੀ ਦੱਸੇ ਉਸਨੂੰ ਵਿਸ਼ੇਸ਼ਣ ਕਹਿੰਦੇ ਹਨ। ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਇਸ ਵਾਕ ਵਿੱਚ ਦੁੱਧ ਸ਼ਬਦ ਨਾਮ ਹੈ। ਤੁਸੀਂ ਦੇਖ ਰਹੇ ਹੋ ਕਿ ਰਮਨ ਗਰਮ ਦੁੱਧ ਪੀਂਦਾ ਹੈ। ਸੋ ਵਿਸ਼ੇਸ਼ਣ ਕੀ ਹੁੰਦਾ ਹੈ। ਸੋ ਜੋ ਨਾਮ ਦੀ ਵਿਸ਼ੇਸ਼ਤਾ ਦੱਸੇ, ਨਾਮ ਜਾਂ ਪੜਨਾਮ ਦੀ। ਇਸ ਵਿੱਚ ਦੁੱਧ ਸ਼ਬਦ ਜਿਹੜਾ ਹੈ ਉਹ ਨਾਮ ਹੈ, ਉਸ ਦੀ ਵਿਸ਼ੇਸ਼ਤਾ ਕਿਹੜਾ ਸ਼ਬਦ ਦੱਸ ਰਿਹਾ, ਗਰਮ। ਗਰਮ ਸ਼ਬਦ ਦੁੱਧ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਸੋ ਇਸ ਵਿੱਚ ਗੁਣਵਾਚਕ, ਸੰਖਿਆਵਾਚਕ, ਪ੍ਰਮਾਣਵਾਚਕ ਜਾਂ ਪੜਨਾਮੀ ਵਿਕਲਪ ਦਿੱਤੇ ਗਏ ਨੇ। ਸੋ ਉੱਤਰ ਹੋਏਗਾ ਗੁਣਵਾਚਕ। ਸੋ ਗਰਮ ਸ਼ਬਦ ਜਿਹੜਾ ਹੈ ਉਹ ਗੁਣਵਾਚਕ ਵਿਸ਼ੇਸ਼ਣ ਹੈ ਬੱਚਿਓ। ਸੋ ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਮੈਂ ਕਿਤਾਬ ਨਹੀਂ ਪੜ੍ਹ ਰਿਹਾ ਹਾਂ, ਵਾਕ ਦੀ ਕਿਸਮ ਦੱਸਣੀ ਹੈ ਤੁਸੀਂ ਕਿ ਮੈਂ ਕਿਤਾਬ ਨਹੀਂ ਪੜ੍ਹ ਰਿਹਾ ਹਾਂ। ਹਾਂ ਵਾਚਕ ਹੈ, ਨਾ ਵਾਚਕ ਹੈ, ਪ੍ਰਸ਼ਨਵਾਚਕ ਹੈ ਜਾਂ ਵਿਸਮੇਵਾਚਕ ਹੈ। ਸੋ ਇਸ ਵਾਕ ਵਿੱਚ ਨਹੀਂ ਸ਼ਬਦ ਦੀ ਵਰਤੋਂ ਹੋਈ ਹੈ। ਸੋ ਨਹੀਂ ਹੈ, ਇਸ ਦਾ ਮਤਲਬ ਹੈ ਇਸ ਦਾ ਉੱਤਰ ਹਾਂ ਵਾਚਕ ਨਹੀਂ ਹੈ, ਇਸ ਦਾ ਉੱਤਰ ਨਾ ਵਾਚਕ ਹੈ ਬੱਚਿਓ। ਇਹ ਵਾਕ ਦੀ ਕਿਸਮ ਨਾ ਵਾਚਕ ਹੈ। ਮੈਂ ਕਿਤਾਬ ਨਹੀਂ ਪੜ੍ਹ ਰਿਹਾ ਹਾਂ, ਇਹ ਨਾ ਵਾਚਕ ਵਾਕ ਹੈ। ਸੋ ਅਗਲਾ ਪ੍ਰਸ਼ਨ, ਨਾਵਲ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ। ਸੋ ਇਸ ਦੇ ਵਿਕਲਪ ਹਨ ਲੇਖਕ, ਕਹਾਣੀਕਾਰ, ਨਾਟਕਕਾਰ ਜਾਂ ਨਾਵਲਕਾਰ। ਸੋ ਨਾਵਲ ਲਿਖਣ ਵਾਲੇ ਨੂੰ ਬੱਚਿਓ ਕੀ ਕਹਿੰਦੇ ਹਨ, ਬਿਲਕੁਲ ਹਾਂ ਠੀਕ, ਨਾਵਲਕਾਰ ਕਹਿੰਦੇ ਹਨ। ਸੋ ਚੌਥੀ ਆਪਸ਼ਨ ਇਸ ਦੀ ਬਿਲਕੁਲ ਠੀਕ ਹੈ, ਨਾਵਲਕਾਰ। ਹੁਣ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਅੱਗੇ ਮੁਹਾਵਰਾ ਹੈ। ਪਾਪੜ ਵੇਲਣਾ ਮੁਹਾਵਰੇ ਦਾ ਕੀ ਅਰਥ ਹੈ। ਪਾਪੜ ਵੇਲਣਾ ਮੁਹਾਵਰੇ ਰੋਟੀ ਬਣਾਉਣਾ ਅਰਥ ਹੈ, ਰੋਟੀ ਵੇਲਣਾ, ਕਈ ਕੰਮ ਕਰਨੇ ਜਾਂ ਪਾਪੜ ਤਿਆਰ ਕਰਨੇ। ਸੋ ਸ਼ਾਬਦਿਕ ਅਰਥਾਂ ਦੇ ਮਗਰ ਅਸੀਂ ਨਹੀਂ ਜਾਂਦੇ। ਸੋ ਇਸ ਦਾ ਸਹੀ ਉੱਤਰ ਹੈ ਕਈ ਕੰਮ ਕਰਨੇ, ਭਾਵ ਕਿ ਤੀਸਰਾ ਉੱਤਰ ਇਸ ਦਾ ਠੀਕ ਹੈ। ਪਾਪੜ ਵੇਲਣਾ ਮੁਹਾਵਰੇ ਦਾ ਅਰਥ ਹੈ ਕਈ ਕੰਮ ਕਰਨੇ। ਹੁਣ ਆਖਰੀ ਪ੍ਰਸ਼ਨ 'ਤੇ ਚੱਲਦੇ ਹਾਂ। ਸਪੇਰਾ ਸ਼ਬਦ ਦਾ ਇਸਤਰੀ ਲਿੰਗ ਦੱਸੋ। ਸਪੇਰਾ ਸ਼ਬਦ ਦਾ ਇਸਤਰੀ ਲਿੰਗ ਦੱਸੋ। ਸਪੇਰੀ, ਸਪੇਰਨ, ਸਪੇਰਨੀ, ਸਪੇਰਿਨ।
ਸੋ ਇਸ ਦਾ ਸਹੀ ਉੱਤਰ ਹੈ ਬੱਚਿਓ ਸਪੇਰਨ। ਸਪੇਰਾ ਸ਼ਬਦ ਦਾ ਇਸਤਰੀ ਲਿੰਗ ਹੈ ਸਪੇਰਨ। ਸੋ ਇਹ ਸਨ ਸਾਡੇ ਅਤੇ 20 ਪ੍ਰਸ਼ਨ। ਸੋ ਤੁਹਾਡੇ ਇਮਤਿਹਾਨਾਂ ਲਈ ਸ਼ੁਭ ਇੱਛਾਵਾਂ। ਧੰਨਵਾਦ। ਉਮੀਦ ਹੈ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਸੋ ਆਪ ਜੀ ਇਸ ਦਾ ਫਾਇਦਾ ਲਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।